ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ? ਆਪਸ਼ਨ ਪਹਿਲਾ ਗੁਜਰੀ, ਆਪਸ਼ਨ ਦੂਜਾ ਨਾਨਕੀ, ਆਪਸ਼ਨ ਤੀਜਾ ਸੁਲੱਖਣੀ, ਆਪਸ਼ਨ ਚੌਥਾ ਗੰਗਾ ਦੇਵੀ। ਸਹੀ ਆਨਸਰ ਆਪਸ਼ਨ ਤੀਜਾ। ਨਾਨਕੀ ਬਿਲਕੁਲ ਸਹੀ ਆਨਸਰ ਹੈ। ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ? ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ? ਆਪਸ਼ਨ ਪਹਿਲਾ ਨਿਹਾਲ ਕੌਰ ਨਾਲ, ਆਪਸ਼ਨ ਦੂਜਾ ਗੁਜਰੀ ਨਾਲ, ਆਪਸ਼ਨ ਤੀਸਰਾ ਸੁਲੱਖਣੀ ਨਾਲ ਤੇ ਆਪਸ਼ਨ ਚੌਥਾ ਸਬਰਾਈ ਦੇਵੀ ਨਾਲ। ਰਾਈਟ ਆਪਸ਼ਨ ਇਜ਼ ਆਪਸ਼ਨ ਸੈਕਿੰਡ ਗੁਜਰੀ ਨਾਲ। ਨੈਕਸਟ, ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ? ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ? ਪਹਿਲਾ ਆਪਸ਼ਨ ਮਹਾਦੇਵ, ਦੂਜਾ ਆਪਸ਼ਨ ਅਰਜਨ ਦੇਵ, ਤੀਜਾ ਆਪਸ਼ਨ ਰਾਮ ਰਾਏ, ਚੌਥਾ ਆਪਸ਼ਨ ਗੋਬਿੰਦ ਰਾਏ। ਤੇ ਜਿਹੜਾ ਰਾਈਟ ਹੈਗਾ ਉਹ ਹੈਗਾ ਆਪਸ਼ਨ ਚੌਥਾ ਗੋਬਿੰਦ ਰਾਏ, ਬਿਲਕੁਲ ਸਹੀ। ਅਗਲਾ ਪ੍ਰਸ਼ਨ, ਉਸ ਵਿਅਕਤੀ ਦਾ ਨਾਂ ਦੱਸੋ ਜਿਸ ਦੇ ਯਤਨਾਂ ਸਦਕਾ ਇਹ ਸਿੱਧ ਹੋ ਸਕਿਆ ਕਿ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ। ਕਿ ਤੇਗ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ। ਪਹਿਲਾ ਆਪਸ਼ਨ ਮੱਖਣ ਸ਼ਾਹ ਮਸਤੂਆਨਾ, ਮੱਖਣ ਸ਼ਾਹ ਮਸਤੂਆਨਾ ਪਹਿਲਾ ਆਪਸ਼ਨ, ਦੂਜਾ ਮੱਖਣ ਸ਼ਾਹ ਲੁਬਾਣਾ, ਤੀਜਾ ਬਾਬਾ ਬੁੱਢਾ ਜੀ ਤੇ ਚੌਥਾ ਆਪਸ਼ਨ ਭਾਈ ਗੁਰਦਾਸ ਜੀ। ਦੂਜਾ ਆਪਸ਼ਨ ਮੱਖਣ ਸ਼ਾਹ ਲੁਬਾਣਾ ਬਿਲਕੁਲ ਸਹੀ ਆਪਸ਼ਨ ਹੈ। ਅਗਲਾ ਦੇਖੋ, ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਕਦੋਂ ਵਿਰਾਜਮਾਨ ਹੋਏ ਸਨ? ਪਹਿਲਾ ਆਪਸ਼ਨ 1661 ਈਸਵੀ ਵਿੱਚ, ਦੂਜਾ ਆਪਸ਼ਨ 1664 ਈਸਵੀ ਵਿੱਚ, ਤੀਸਰਾ ਆਪਸ਼ਨ 1665 ਈਸਵੀ ਵਿੱਚ ਤੇ ਚੌਥਾ ਆਪਸ਼ਨ 1666 ਈਸਵੀ ਵਿੱਚ। ਦੂਜਾ ਆਪਸ਼ਨ 1664 ਈਸਵੀ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਆਪਣੀ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ? ਗੁਰੂ ਤੇਗ ਬਹਾਦਰ ਜੀ ਆਪਣੀ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ? ਆਪਸ਼ਨ ਪਹਿਲਾ ਗੋਇੰਦਵਾਲ ਸਾਹਿਬ, ਆਪਸ਼ਨ ਦੂਜਾ ਖਡੂਰ ਸਾਹਿਬ, ਆਪਸ਼ਨ ਤੀਜਾ ਅੰਮ੍ਰਿਤਸਰ ਤੇ ਆਪਸ਼ਨ ਚੌਥਾ ਕੀਰਤਪੁਰ ਸਾਹਿਬ। ਜਿਹੜਾ ਸਹੀ ਆਨਸਰ ਹੈ ਆਪਸ਼ਨ ਤੀਜਾ ਅੰਮ੍ਰਿਤਸਰ। ਠੀਕ ਹੈ, ਸਭ ਤੋਂ ਪਹਿਲਾਂ ਇੱਥੇ ਗਏ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਖਡੂਰ ਸਾਹਿਬ, ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਤੇ ਅੰਤ ਕੀਰਤਪੁਰ। ਜਿਹੜੇ 4 ਆਪਸ਼ਨ ਦਿੱਤੇ ਰਹੇ ਆ, ਮੈਂ ਇਹਨਾਂ ਨੂੰ ਸੀਕੁਐਂਸ ਕਰ ਦਿੱਤਾ। ਠੀਕ ਹੈ, ਤੇ ਅਗਲਾ ਦੇਖੋ, 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ? 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ? ਆਪਸ਼ਨ ਪਹਿਲਾ ਚੱਕ ਨਾਨਕੀ, ਆਪਸ਼ਨ ਦੂਜਾ ਸੁਰਜੇਵਾਲ, ਆਪਸ਼ਨ ਤੀਜਾ ਸਾਹਨੇਵਾਲ, ਆਪਸ਼ਨ ਚੌਥਾ ਕੀਰਤਪੁਰ ਸਾਹਿਬ। 1665 ਯਾਦ ਰੱਖਣਾ ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ? ਤੇ ਆਪਸ਼ਨ ਪਹਿਲਾ ਚੱਕ ਨਾਨਕੀ ਬਿਲਕੁਲ ਸਹੀ ਆਪਸ਼ਨ ਹੈ।
ਅਗਲਾ ਪ੍ਰਸ਼ਨ, ਚੱਕ ਨਾਨਕੀ ਦਾ ਅਜੋਕਾ ਨਾਂ ਕੀ ਹੈ? ਆਪਸ਼ਨ ਪਹਿਲਾ ਤਰਨਤਾਰਨ, ਆਪਸ਼ਨ ਦੂਜਾ ਬਿਲਾਸਪੁਰ, ਆਪਸ਼ਨ ਤੀਸਰਾ ਖਡੂਰ ਸਾਹਿਬ, ਆਪਸ਼ਨ ਚੌਥਾ ਅਨੰਦਪੁਰ ਸਾਹਿਬ। ਹਾਂਜੀ, ਆਪਸ਼ਨ ਚੌਥਾ ਬਿਲਕੁਲ ਸਹੀ ਹੈ, ਅਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ? ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ? ਆਪਸ਼ਨ ਪਹਿਲਾ ਔਰੰਗਜ਼ੇਬ ਦੀ ਕੱਟੜਤਾ, ਆਪਸ਼ਨ ਦੂਜਾ ਕਸ਼ਮੀਰੀ ਪੰਡਤਾਂ ਦੀ ਪੁਕਾਰ, ਤੇ ਆਪਸ਼ਨ ਜਿਹੜਾ ਦੂਜਾ ਕਸ਼ਮੀਰੀ ਪੰਡਤਾਂ ਦੀ ਪੁਕਾਰ, ਆਪਸ਼ਨ ਤੀਜਾ ਨਕਸ਼ਬੰਦੀਆਂ ਦਾ ਵਿਰੋਧ, ਆਪਸ਼ਨ ਚੌਥਾ ਰਾਮ ਰਾਏ ਦੀ ਦੁਸ਼ਮਣੀ। ਆਪਸ਼ਨ ਦੂਜਾ ਬਿਲਕੁਲ ਸਹੀ, ਕਸ਼ਮੀਰੀ ਪੰਡਤਾਂ ਦੀ ਪੁਕਾਰ ਕਰਕੇ ਹੀ ਜਿਹੜਾ ਇਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਗਲਾ ਪ੍ਰਸ਼ਨ, ਕਿਸ ਮੁਗਲ ਬਾਦਸ਼ਾਹ ਦੇ ਆਦੇਸ਼ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ? ਕਿਸ ਮੁਗਲ ਬਾਦਸ਼ਾਹ ਦੇ ਆਦੇਸ਼ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ? ਆਪਸ਼ਨ ਪਹਿਲਾ ਜਹਾਂਗੀਰ, ਆਪਸ਼ਨ ਦੂਜਾ ਸ਼ਾਹਜਹਾਂ, ਆਪਸ਼ਨ ਤੀਜਾ ਔਰੰਗਜ਼ੇਬ, ਤੇ ਆਪਸ਼ਨ ਚੌਥਾ ਬਹਾਦਰ ਸ਼ਾਹ ਪਹਿਲਾ। ਆਪਸ਼ਨ ਤੀਜਾ ਬਿਲਕੁਲ ਸਹੀ ਹੈ, ਔਰੰਗਜ਼ੇਬ ਦੇ ਆਦੇਸ਼ ਤੇ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਅਗਲਾ ਦੇਖੋ, ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ? ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ? ਪਹਿਲਾ ਆਪਸ਼ਨ ਲਾਹੌਰ ਵਿਖੇ, ਦੂਜਾ ਆਪਸ਼ਨ ਦਿੱਲੀ ਵਿਖੇ, ਤੀਜਾ ਆਪਸ਼ਨ ਅੰਮ੍ਰਿਤਸਰ ਵਿਖੇ, ਤੇ ਚੌਥਾ ਆਪਸ਼ਨ ਪਟਨਾ ਵਿਖੇ। ਦੂਸਰਾ ਆਪਸ਼ਨ ਬਿਲਕੁਲ ਠੀਕ ਹੈ, ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ? ਆਪਸ਼ਨ ਪਹਿਲਾ 1661 ਈਸਵੀ, ਆਪਸ਼ਨ ਦੂਜਾ 1664 ਈਸਵੀ, ਆਪਸ਼ਨ ਤੀਜਾ 1665 ਈਸਵੀ ਵਿੱਚ, ਤੇ ਆਪਸ਼ਨ ਚੌਥਾ 1675 ਈਸਵੀ ਵਿੱਚ। ਚੌਥਾ ਆਪਸ਼ਨ ਬਿਲਕੁਲ ਸਹੀ ਹੈ, 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ਔਰੰਗਜ਼ੇਬ ਦੇ ਕਹਿਣ ਤੇ। ਅਗਲਾ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਨੂੰ ਜਿਸ ਸਥਾਨ ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ? ਪਹਿਲਾ ਸ਼ੀਸ਼ਗੰਜ, ਆਪਸ਼ਨ ਪਹਿਲਾ ਸ਼ੀਸ਼ਗੰਜ, ਦੂਜਾ ਰਕਾਬਗੰਜ, ਤੀਜਾ ਬਾਲਾ ਸਾਹਿਬ, ਚੌਥਾ ਦਰਬਾਰ ਸਾਹਿਬ। ਸ਼ੀਸ਼ਗੰਜ, ਠੀਕ ਹੈ, ਸਹੀ ਆਪਸ਼ਨ ਹੈ ਸ਼ੀਸ਼ਗੰਜ। ਅਗਲਾ, ਹਿੰਦ ਦੀ ਚਾਦਰ ਨਾਂ ਦੇ ਸ਼ਬਦ, ਹਿੰਦ ਦੀ ਚਾਦਰ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ? ਪਹਿਲਾ ਆਪਸ਼ਨ ਗੁਰੂ ਅਰਜਨ ਦੇਵ ਜੀ, ਦੂਜਾ ਆਪਸ਼ਨ ਗੁਰੂ ਹਰਗੋਬਿੰਦ ਜੀ, ਤੀਜਾ ਆਪਸ਼ਨ ਗੁਰੂ ਤੇਗ ਬਹਾਦਰ ਜੀ, ਤੇ ਚੌਥਾ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਹਾਂਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ 18ਵਾਂ। ਗੁਰੂ ਤੇਗ ਬਹਾਦਰ ਜੀ, ਰਾਈਟ ਆਂਸਰ। ਅਗਲਾ ਪ੍ਰਸ਼ਨ,
ਸਿੱਖਾਂ ਦੇ 10ਵੇਂ ਗੁਰੂ ਕੌਣ ਸਨ? ਸਿੱਖਾਂ ਦੇ 10ਵੇਂ ਗੁਰੂ ਕੌਣ ਸਨ? ਆਪਸ਼ਨ ਪਹਿਲਾ ਗੁਰੂ ਹਰਗੋਬਿੰਦ ਜੀ, ਆਪਸ਼ਨ ਦੂਜਾ ਗੁਰੂ ਗੋਬਿੰਦ ਸਿੰਘ ਜੀ, ਆਪਸ਼ਨ ਤੀਸਰਾ ਗੁਰੂ ਤੇਗ ਬਹਾਦਰ ਜੀ, ਆਪਸ਼ਨ ਚੌਥਾ ਗੁਰੂ ਹਰਕ੍ਰਿਸ਼ਨ ਜੀ। ਤੇ ਸਭ ਨੂੰ ਪਤਾ ਹੈ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ। ਅਗਲਾ ਦੇਖੋ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? ਆਪਸ਼ਨ ਪਹਿਲਾ 1646 ਈਸਵੀ, ਆਪਸ਼ਨ ਦੂਜਾ 1656 ਈਸਵੀ, ਆਪਸ਼ਨ ਤੀਸਰਾ 1666 ਈਸਵੀ, ਆਪਸ਼ਨ ਚੌਥਾ 1676 ਈਸਵੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦਾ ਜਨਮ ਹੋਇਆ ਸੀ 22 ਦਸੰਬਰ 1666 ਈਸਵੀ। ਠੀਕ ਹੈ, 22 ਦਸੰਬਰ 1666 ਈਸਵੀ। ਅਗਲਾ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਤੇ ਆਪਸ਼ਨ ਜਿਹੜੇ ਸਕਰੀਨ ਤੇ ਦਿੱਤੇ ਇਹਨਾਂ ਤੋਂ ਇਲਾਵਾ ਵੀ ਹੋਰ ਕੋਈ ਆਪਸ਼ਨ ਸਹੀ ਤੋਂ ਇਲਾਵਾ ਵੀ ਹੋਰ ਆਪਸ਼ਨਸ ਨਾਲ ਦਿੱਤੇ ਜਾ ਸਕਦੇ ਨੇ, ਤੇ ਇਹਨਾਂ ਦਾ ਜਿਹੜਾ ਸਹੀ ਆਨਸਰ ਹੈ ਜਿਹੜਾ ਇਹਦਾ ਕਿ ਜਨਮ ਕਿੱਥੇ ਹੋਇਆ, ਉਹ ਹੋਇਆ ਪਟਨਾ ਸਾਹਿਬ। ਕਿੱਥੇ ਹੋਇਆ? ਪਟਨਾ ਸਾਹਿਬ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਪਹਿਲਾ ਆਪਸ਼ਨ ਗੁਰੂ ਹਰਗੋਬਿੰਦ ਜੀ, ਦੂਸਰਾ ਆਪਸ਼ਨ ਗੁਰੂ ਹਰਰਾਏ ਜੀ, ਤੀਸਰਾ ਆਪਸ਼ਨ ਗੁਰੂ ਹਰਕ੍ਰਿਸ਼ਨ ਜੀ, ਤੇ ਚੌਥਾ ਆਪਸ਼ਨ ਗੁਰੂ ਤੇਗ ਬਹਾਦਰ ਜੀ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸਨ ਗੁਰੂ ਤੇਗ ਬਹਾਦਰ ਜੀ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ? ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ? ਗੁਜਰੀ। ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਸੀ ਗੁਜਰੀ, ਤੇ ਉਹਨਾਂ ਦੇ ਪਿਤਾ ਜੀ ਸਨ ਗੁਰੂ ਤੇਗ ਬਹਾਦਰ ਜੀ। ਯਾਦ ਰੱਖਣਾ। ਅਗਲਾ, ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ? ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ? ਆਪਸ਼ਨ ਪਹਿਲਾ ਗੋਬਿੰਦਨਾਥ, ਆਪਸ਼ਨ ਦੂਜਾ ਗੋਬਿੰਦ ਦਾਸ, ਆਪਸ਼ਨ ਤੀਜਾ ਭਾਈ ਜੇਠਾ ਜੀ, ਤੇ ਆਪਸ਼ਨ ਚੌਥਾ ਭਾਈ ਲਹਿਣਾ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਸੀ ਗੋਬਿੰਦ ਦਾਸ। ਮੁੱਢਲਾ ਨਾਂ ਗੁਰੂ ਗੋਬਿੰਦ ਸਿੰਘ ਜੀ ਦਾ ਗੋਬਿੰਦ ਦਾਸ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ? ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ? ਆਪਸ਼ਨ ਪਹਿਲਾ 2, ਆਪਸ਼ਨ ਦੂਜਾ 3, ਆਪਸ਼ਨ ਤੀਸਰਾ 4, ਆਪਸ਼ਨ ਚੌਥਾ 5। ਰਾਈਟ ਆਨਸਰ ਸਭ ਨੂੰ ਪਤਾ ਹੋਵੇਗਾ ਆਈ ਹੋਪ। ਆਪਸ਼ਨ ਤੀਸਰਾ 4 ਉਹਨਾਂ ਦੇ ਸਾਹਿਬਜ਼ਾਦੇ ਸਨ। ਬਿਲਕੁਲ ਰਾਈਟ ਹੈ ਆਪਸ਼ਨ ਤੀਸਰਾ, 4 ਸਾਹਿਬਜ਼ਾਦੇ ਸਨ। ਠੀਕ ਹੈ ਉਹਨਾਂ ਦੇ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਕਦੋਂ ਵਿਰਾਜਮਾਨ ਹੋਏ? ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਕਦੋਂ ਵਿਰਾਜਮਾਨ ਹੋਏ? ਆਪਸ਼ਨ ਪਹਿਲਾ 1666 ਈਸਵੀ ਵਿੱਚ, ਆਪਸ਼ਨ ਦੂਜਾ 1670 ਈਸਵੀ ਵਿੱਚ, ਆਪਸ਼ਨ ਤੀਜਾ 1672 ਈਸਵੀ ਵਿੱਚ, ਆਪਸ਼ਨ ਚੌਥਾ 1675 ਈਸਵੀ ਵਿੱਚ। ਜਿਹੜਾ ਰਾਈਟ ਆਨਸਰ ਹੈ ਉਹ 1675 ਈਸਵੀ ਵਿੱਚ। ਤੇ 1675 ਈਸਵੀ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਜਿਹੜੇ ਹੈ ਸ਼ਹੀਦੀ ਉਹਨਾਂ ਦੀ ਜਿਹੜੀ ਹੋਈ ਸੀ
ਸ਼ਹੀਦ ਹੋਏ ਸੀ 1675 ਤੇ ਅੱਗੇ ਤੁਸੀਂ ਯਾਦ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗੁਰਗੱਦੀ ਤੇ 1675 ਈਸਵੀ ਵਿੱਚ ਹੀ ਵਿਰਾਜਮਾਨ ਜਿਹੜਾ ਹੈ ਕੀਤਾ। ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਹੈ? ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਹੈ? ਸਹੀ ਆਪਸ਼ਨ ਹੈ ਆਪਸ਼ਨ ਦੂਜਾ ਪਾਉਂਟਾ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਨਾਂ ਕੀ ਸੀ? ਆਪਸ਼ਨ ਪਹਿਲਾ ਗੁਰੂ ਗੋਬਿੰਦ, ਆਪਸ਼ਨ ਪਹਿਲਾ ਰਣਜੀਤ ਨਗਾੜਾ, ਆਪਸ਼ਨ ਦੂਜਾ ਨਲਵਾ ਨਗਾੜਾ, ਆਪਸ਼ਨ ਤੀਜਾ ਖਾਲਸਾ ਨਗਾਰਾ ਤੇ ਆਪਸ਼ਨ ਚੌਥਾ ਪੰਥ ਨਗਾਰਾ। ਆਪਸ਼ਨ ਪਹਿਲਾ ਬਿਲਕੁਲ ਸਹੀ ਹੈ, ਰਣਜੀਤ ਨਗਾਰਾ ਉਹਨਾਂ ਦੇ ਦੁਆਰਾ ਬਣਾਏ ਗਏ ਨਗਾਰੇ ਦਾ ਨਾਂ। ਅਗਲਾ ਪ੍ਰਸ਼ਨ, ਭੀਮ ਚੰਦ ਕੌਣ ਸੀ? ਭੀਮ ਚੰਦ ਕੌਣ ਸੀ? ਪਹਿਲਾ ਆਪਸ਼ਨ ਕਾਂਗੜਾ ਦਾ ਸ਼ਾਸਕ, ਦੂਜਾ ਆਪਸ਼ਨ ਸ਼੍ਰੀਨਗਰ ਦਾ ਸ਼ਾਸਕ, ਤੀਜਾ ਆਪਸ਼ਨ ਕਹਿਲੂਰ ਦਾ ਸ਼ਾਸਕ। ਪਹਿਲਾ ਆਪਸ਼ਨ ਕਾਂਗੜਾ ਦਾ ਸ਼ਾਸਕ, ਦੂਜਾ ਆਪਸ਼ਨ ਸ਼੍ਰੀਨਗਰ ਦਾ ਸ਼ਾਸਕ, ਤੀਸਰਾ ਆਪਸ਼ਨ ਕਹਿਲੂਰ ਦਾ ਸ਼ਾਸਕ ਤੇ ਚੌਥਾ ਆਪਸ਼ਨ ਗੁਲੇਰ ਦਾ ਸ਼ਾਸਕ। ਤੇ ਜਿਹੜਾ ਇਹਨਾਂ ਵਿੱਚੋਂ ਸਹੀ ਹੈ ਉਹ ਹੈ ਭੀਮ ਚੰਦ ਕੌਣ ਸੀ, ਕਹਿਲੂਰ ਦਾ ਸ਼ਾਸਕ ਬਿਲਕੁਲ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ? ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ? ਪਹਿਲਾ ਆਪਸ਼ਨ 1686, ਦੂਸਰਾ 1687, ਤੀਸਰਾ ਆਪਸ਼ਨ 1688 ਤੇ ਚੌਥਾ ਆਪਸ਼ਨ 1690। ਤੇ ਜਿਹੜਾ ਸਹੀ ਹੈ ਆਨਸਰ ਉਹ ਹੈ ਤੀਸਰਾ ਆਪਸ਼ਨ 1688 ਬਿਲਕੁਲ ਸਹੀ ਹੈ ਆਪਸ਼ਨ ਤੀਸਰਾ। ਅਗਲਾ, ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ਸਨ? ਪਹਿਲਾ ਆਪਸ਼ਨ ਪੀਰ ਬੁੱਧੂ ਸ਼ਾਹ, ਦੂਸਰਾ ਸੰਤ ਮੀਆਂ ਮੀਰ, ਤੀਸਰਾ ਪੀਰ ਰਹਿਮਤ ਸ਼ਾਹ ਤੇ ਚੌਥਾ ਫਤਿਹ ਸ਼ਾਹ। ਪਹਿਲਾ, ਹਾਂਜੀ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਪੀਰ ਬੁੱਧੂ ਸ਼ਾਹ। ਅਗਲਾ ਪ੍ਰਸ਼ਨ ਨਾਦੌਨ ਦੀ ਲੜਾਈ ਕਦੋਂ ਹੋਈ ਸੀ? ਨਾਦੌਨ ਦੀ ਲੜਾਈ ਕਦੋਂ ਹੋਈ ਸੀ? 1688, ਦੂਜਾ ਆਪਸ਼ਨ 1690, ਤੀਸਰਾ 1694 ਤੇ ਚੌਥਾ 1695। ਦੂਜਾ ਆਪਸ਼ਨ ਬਿਲਕੁਲ ਸਹੀ ਹੈ, 1690 ਵਿੱਚ ਨਾਦੌਨ ਦੀ ਲੜਾਈ ਲੜੀ ਗਈ ਸੀ। ਅਗਲਾ ਪ੍ਰਸ਼ਨ, ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ? ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ? ਪਹਿਲਾ ਗੁਰੂ ਅਰਜਨ ਸਾਹਿਬ ਨੇ, ਦੂਸਰਾ ਆਪਸ਼ਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੀਸਰਾ ਆਪਸ਼ਨ ਗੁਰੂ ਤੇਗ ਬਹਾਦਰ ਜੀ ਨੇ ਤੇ ਚੌਥਾ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ। ਸਹੀ ਆਨਸਰ ਚੌਥਾ। ਇਸ ਦੇ ਨਾਲ ਇੱਕ ਹੋਰ ਪ੍ਰਸ਼ਨ ਬਣ ਜਾਂਦਾ ਹੈ ਕਿ ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਜਿਹੜਾ ਹੈ ਆਰੰਭ ਕੀਤਾ? ਠੀਕ ਹੈ, ਆਰੰਭ ਤੇ ਅੰਤ ਤੁਹਾਡੇ ਸਾਹਮਣੇ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਤੇ ਆਰੰਭ ਨੂੰ ਤੁਸੀਂ ਖੁਦ ਜਿਹੜਾ ਹੈ ਯਾਦ ਕਰਨਾ, ਮੇਰੀ ਪਿਛਲੀ ਵੀਡੀਓ ਵਿੱਚ ਉਹਦਾ ਆਨਸਰ ਮਿਲ ਜਾਵੇਗਾ।
ਅਗਲਾ ਖਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ? ਉਸਦਾ ਵੀ ਜਿਹੜਾ ਰਾਈਟ ਆਪਸ਼ਨ ਹੈ, ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅਗਲਾ ਪ੍ਰਸ਼ਨ ਫੇਰ ਦੇਖੋ ਕਿ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ? ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ? ਸਹੀ ਆਪਸ਼ਨ 1699 ਈਸਵੀ ਵਿੱਚ ਕੀਤੀ ਗਈ, 13 ਅਪ੍ਰੈਲ 1699 ਈਸਵੀ ਵਿੱਚ। ਅਗਲਾ ਪ੍ਰਸ਼ਨ ਗੁਰੂ ਮੈਂ ਆਪਸ਼ਨਸ ਜਿਹੜੇ ਨੇ ਉਹ ਨਹੀਂ ਬੋਲ ਰਹੇ। ਹਾਂਜੀ, ਮੈਂ ਆਪਸ਼ਨਸ ਥੋੜੇ ਸਕਿਪ ਕੀਤੇ ਕਿਉਂਕਿ ਬਿਲਕੁਲ ਜਿਹੜਾ ਹੈ ਆਪਸ਼ਨਸ ਤੋਂ ਬਿਨਾਂ ਹੀ ਤੁਸੀਂ ਵਧੀਆ ਤਰੀਕੇ ਨਾਲ ਕਰ ਪਾਓਗੇ ਇਹ ਵਾਲੇ ਪ੍ਰਸ਼ਨ। ਅਗਲਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ? ਤੇ ਸਹੀ ਆਪਸ਼ਨ ਜਿਹੜਾ ਹੈ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ। ਅਗਲਾ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਗਿਆ ਪਹਿਲਾ ਪਿਆਰਾ ਕੌਣ ਸੀ? ਇਹਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ। ਇਹਨਾਂ ਨੇ ਆਪਸ਼ਨ ਦਿੱਤੇ ਆ ਭਾਈ ਦਇਆ ਰਾਮ ਜੀ, ਆਪਸ਼ਨ ਦੂਜਾ ਦਿੱਤਾ ਭਾਈ ਸਾਹਿਬ ਚੰਦ ਜੀ, ਆਪਸ਼ਨ ਤੀਜਾ ਦਿੱਤਾ ਭਾਈ ਹਿੰਮਤ ਰਾਏ ਜੀ ਤੇ ਆਪਸ਼ਨ ਚੌਥਾ ਦਿੱਤਾ ਭਾਈ ਧਰਮਦਾਸ ਜੀ। ਜਿਹੜਾ ਸਹੀ ਹੈਗਾ ਉਹ ਹੈ ਭਾਈ ਦਇਆ ਰਾਮ ਜੀ ਆਪਸ਼ਨ। ਜਿਹੜਾ ਪਹਿਲਾ ਪਿਆਰਾ ਸਾਜਿਆ ਉਹ ਸੀ ਭਾਈ ਦਇਆ ਰਾਮ ਜੀ। ਠੀਕ ਹੈ। ਅਗਲਾ ਪ੍ਰਸ਼ਨ ਖਾਲਸਾ ਦੀ ਸਿਰਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖਾਲਸਾ ਨੂੰ ਕਿੰਨੇ ਕਾਰ ਧਾਰਨ ਕਰਾਉਣਾ ਜ਼ਰੂਰੀ ਦੱਸਿਆ? ਆਪਸ਼ਨ ਪਹਿਲਾ 2, ਆਪਸ਼ਨ ਤੀਸਰਾ 3, ਆਪਸ਼ਨ ਜਿਹੜਾ ਹੈ ਤੀਸਰਾ 4, ਆਪਸ਼ਨ ਚੌਥਾ 5। ਹਾਂਜੀ, ਤੇ ਕਿੰਨੇ ਸੀ? ਉਹ ਸੀ 5 ਕਕਾਰ। ਠੀਕ ਹੈ, ਯਾਦ ਰੱਖਣਾ। ਅਗਲਾ ਪ੍ਰਸ਼ਨ ਹੈ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ? ਹਾਂਜੀ, ਇਹਦਾ ਜਿਹੜਾ ਰਾਈਟ ਆਨਸਰ ਹੈ 1721 ਈਸਵੀ ਵਿੱਚ। ਅਗਲਾ ਹੈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ? ਤੁਸੀਂ ਨੋਟ ਜ਼ਰੂਰ ਕਰ ਸਕਦੇ ਹੋ। ਰਾਈਟ ਆਪਸ਼ਨ ਇਜ਼ 3rd 1704 ਈਸਵੀ ਵਿੱਚ ਜਿਹੜੀ ਅਨੰਦਪੁਰ ਦੀ ਦੂਜੀ ਲੜਾਈ ਹੋਈ। ਅਗਲਾ ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਵਿਦਾਵਾ ਦੇ ਗਏ ਸਨ? ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਵਿਦਾਵਾ ਦੇ ਗਏ ਸਨ? ਜਿਹੜਾ ਇਹਦਾ ਰਾਈਟ ਆਨਸਰ ਹੋਵੇਗਾ ਉਹ ਹੈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ। ਆਪਸ਼ਨ ਦੇਖ ਕੇ ਤੁਸੀਂ ਕਨਫਿਊਜ਼ ਨਹੀਂ ਹੋਣਾ। ਹਾਂਜੀ, ਅਗਲਾ ਪ੍ਰਸ਼ਨ ਹੈ ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ? ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ? 1704 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ? ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ? ਤੇ ਜਿਹੜਾ ਸਹੀ ਆਪਸ਼ਨ ਉਹ ਹੈ ਚਮਕੌਰ ਸਾਹਿਬ ਦੀ ਲੜਾਈ ਵਿੱਚ ਉਹ ਸ਼ਹੀਦ ਹੋ ਗਏ ਸੀ, ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋ ਗਈ ਸੀ। ਅਗਲਾ ਪ੍ਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ? ਤੇ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਠੀਕ ਹੈ, ਜਫਰਨਾਮਾ ਸਹੀ ਆਨਸਰ, ਜਫਰਨਾਮਾ। ਅਗਲਾ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ? ਉਹ ਲਿਖਿਆ ਸੀ ਫਾਰਸੀ ਭਾਸ਼ਾ ਵਿੱਚ। ਠੀਕ ਹੈ। ਅਗਲਾ ਪ੍ਰਸ਼ਨ ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ? ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ? ਰਾਈਟ ਆਨਸਰ ਇਜ਼ 1705 ਈਸਵੀ। 40 ਮੁਕਤੇ। ਅਗਲਾ ਪ੍ਰਸ਼ਨ 40 ਮੁਕਤੇ ਕਿਹੜੀ ਲੜਾਈ ਨਾਲ ਸੰਬੰਧਿਤ ਸਨ? 40 ਮੁਕਤੇ ਕਿਹੜੀ ਲੜਾਈ ਨਾਲ ਸੰਬੰਧਿਤ ਸਨ? ਰਾਈਟ ਆਨਸਰ ਇਜ਼ ਖਿਦਰਾਣਾ ਦੀ ਲੜਾਈ ਨਾਲ। ਠੀਕ ਹੈ, ਯਾਦ ਰੱਖਣਾ ਜਿਹੜੀ ਖਿਦਰਾਣਾ ਦੀ ਲੜਾਈ ਹੋਈ 1705 ਈਸਵੀ ਤੇ 40 ਮੁਕਤੇ ਉਹਦੇ ਨਾਲ ਸੰਬੰਧਿਤ ਸਨ। ਖਿਦਰਾਣਾ ਦੀ ਲੜਾਈ ਹੋਈ 1705 ਈਸਵੀ,
40 ਮੁਕਤੇ ਇਸ ਲੜਾਈ ਨਾਲ ਸੰਬੰਧਿਤ ਸਨ। ਅਗਲਾ ਪ੍ਰਸ਼ਨ, ਸ਼੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ? ਸ਼੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ? ਖਿਦਰਾਣਾ ਦਾ। ਠੀਕ ਹੈ, ਯਾਦ ਰੱਖਣਾ, ਖਿਦਰਾਣਾ ਦਾ। ਅਗਲਾ ਪ੍ਰਸ਼ਨ, ਵਚਿੱਤਰ ਨਾਟਕ ਦੀ ਰਚਨਾ ਕਿਸਨੇ ਕੀਤੀ ਸੀ? ਵਚਿੱਤਰ ਨਾਟਕ ਦੀ ਰਚਨਾ ਕਿਸਨੇ ਕੀਤੀ ਸੀ? ਆਪਸ਼ਨ ਦਿੱਤੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ। 4 ਆਪਸ਼ਨ ਦਿੱਤੇ ਨੇ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ। ਤੇ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਨਾਲ ਸੰਬੰਧਿਤ ਹੈ ਵਚਿੱਤਰ ਨਾਟਕ। ਠੀਕ ਹੈ, ਯਾਦ ਰੱਖਣਾ। ਤੇ ਜਿਹੜੀ ਉਹਨਾਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ, ਉਹਨਾਂ ਨੇ, ਜਦੋਂ ਤੁਹਾਨੂੰ ਪੁੱਛਿਆ ਜਾਂਦਾ ਕਿ ਕਿਹੜੀ ਚਿੱਠੀ ਲਿਖੀ ਸੀ, ਜਫਰਨਾਮਾ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ, ਯਾਦ ਰੱਖਣਾ। ਠੀਕ ਹੈ, ਅਗਲਾ ਪ੍ਰਸ਼ਨ, ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ ਜੋਤ ਸਮਾਏ? ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ ਜੋਤ ਸਮਾਏ? 1708 ਈਸਵੀ ਵਿੱਚ। ਠੀਕ ਹੈ, ਯਾਦ ਰੱਖਣਾ। ਭੁੱਲਣਾ ਨਹੀਂ। ਤੇ ਅਗਲਾ ਕਿ ਉਹ ਕਿੱਥੇ ਜੋਤੀ ਜੋਤ ਸਮਾਏ? ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ ਜੋਤ ਸਮਾਏ? ਜਿਹੜਾ ਇਹਦਾ ਸਹੀ ਆਨਸਰ ਹੈ ਨੰਦੇੜ ਵਿਖੇ। ਨੰਦੇੜ ਵਿਖੇ, ਯਾਦ ਰੱਖਣਾ। ਠੀਕ ਹੈ, ਤੇ ਨਿਊ ਵਿਊਅਰ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਆਉਣ ਵਾਲੀ ਲੇਟੈਸਟ ਵੀਡੀਓ ਦੀ ਜਾਣਕਾਰੀ ਜੋ ਹੈ ਉਹ ਸਭ ਤੋਂ ਪਹਿਲੇ ਮਿਲੇ। ਜਾਂ ਤੁਸੀਂ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ, ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।